8:15 ਤੋਂ 9:15 ਤੱਕ ਹੈ। ਸਾਰੀਆਂ ਸੰਗਤਾਂ ਪਾਸ ਬੇਨਤੀ ਹੈ ਕਿ ਹੁਮ ਆ ਕੇ ਦਰਸ਼ਨ ਦਿਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਭਾਈ ਭਾਈ ਰਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਚੌਹਾਂ ਤਖਤਾਂ ਦੇ ਮਾਲਿਕ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਅਪਾਰ ਰਹਿਮਤ ਕਿਰਪਾ ਦੇ ਸਦਕੇ ਗੁਰੂ ਸਾਹਿਬ ਦੇ ਬੜੀ ਪਿਆਰੇ ਹਰਮਨ ਪਰਿਵਾਰ ਆਪਣੇ ਬੱਚੇ ਦਾ ਜਨਮ ਦਿਨ ਮਨਾਉਂਦਿਆਂ ਹੋਇਆਂ ਗੁਰੂ ਸਾਹਿਬ ਦੀ ਓਟ ਤੇ ਆਸਰਾ ਲੈਂਦਿਆਂ ਇਹ ਸਮਾਗਮ ਕਰਾ ਰਹੇ ਹਨ। ਗੁਰੂ ਸਾਹਿਬ ਦੇ ਜੀਵਨ ਦੇ ਨਾਲ ਚੰਦ ਮਿੰਟਾਂ ਲਈ ਜੁੜੀਏ ਕਿ ਗੁਰਸਿੱਖ ਦਾ ਜਿਹੜਾ ਜੀਵਨ ਗੁਰੂ ਕੀ ਸੇਵਾ ਕਿਤਨਾ उत्तम जीवन बनाती है। धन गुरु अमरदास महाराज जदों बचन पढ़ते हाँ, सतगुर की सेवा सफल है जे को करे चिर लाई। हुण सतगुर की जिहड़ी सेवा है, तन की सेवा, मन की सेवा, धन की सेवा, गुरबाणी पढ़न की सेवा, गुरबाणी सुनन की सेवा, गुरु के लंगर की सेवा, गुरु के दरबार की झाड़ू मारन की सेवा, गुरु साहिब की बाणी पढ़न की सेवा, कितनियां सेवा ये मनुख करता है। जितनी जिदी समर्था है, जितनी जिहड़ी सेवा किसी नूं बख्शी है, उसी सेवा दे नाल मनुख गुरु दे नाल जुड़दा है। सतगुरु नूं आपां हुण पुछ लईए बई सतगुरु सेवा परवान किहड़ी है। हुण सेवा सारे करदे ने। सतगुरु सच्ची पातशाह दे अनमोल वचन हन, सा सेवा कीती सफल है जे सतगुर का मन मन्ने। सेवा कीती ओई सफल जिस सेवा नूं करदियां गुरु दा मन प्रसन्न हो जावे, गुरु दा मन खुश हो जावे। धन गुरु अमरदास महाराज जदों गोविंदवाल साहिब वो बावली साहिब की जदों सेवा आरंभ की सन्ना ते जिहड़ियां संगतां ने दूरों नेड़ों आके हर प्रकार की सेवा, कोई मट्टी खोदन की सेवा,
ਕੋਈ ਟੋਕਰਾ ਭਰਨ ਦੀ ਸੇਵਾ ਤੇ ਕੋਈ ਮੱਟੀ ਨੂੰ ਟੋਕਰੇ ਵਿੱਚ ਭਰ ਕੇ ਦੂਰ ਸੁੱਟਣ ਦੀ ਸੇਵਾ ਕਰਦੇ ਸਨ। ਹੁਣ ਜਿਹੜੀ ਸਤਿਗੁਰ ਦੀ ਇੱਕ ਮੌਜ ਹੈ, ਉਸ ਮੌਜ ਨੂੰ ਆਪਾਂ ਪਹਿਚਾਨ ਨਹੀਂ ਸਕਦੇ ਵੀ ਸਤਿਗੁਰ ਕਿਸ ਮੌਜ ਵਿੱਚ ਨੇ। ਕਹਿੰਦੇ ਰਾਤ ਦਾ ਸਮੇਂ ਕਰੀਬਨ 12 ਵਜੇ ਦਾ 2-4 ਸਿੱਖਾਂ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਜਗਾਇਆ, ਕਿਹਾ ਵੀ ਚਲੋ ਸਾਡੇ ਨਾਲ। ਹੁਣ ਗੁਰੂ ਦਾ ਹੁਕਮ ਹੋਵੇ ਨਾ ਤੇ ਗੁਰੂ ਦਾ ਸਿੱਖ ਕਦੇ ਸਵਾਲ ਜਵਾਬ ਨਹੀਂ ਕਰਦਾ। ਉਹਦਾ ਮਤਲਬ ਹੀ ਹੈ ਸਤ ਬਚਨ। ਗੁਰੂ ਅਮਰਦਾਸ ਮਹਾਰਾਜ ਦੇ ਨਾਲ ਜਦੋਂ 2-4 ਗੁਰਸਿੱਖ ਉਸ ਪਾਸੇ ਗਏ ਜਿੱਧਰ ਕੀ ਸੰਗਤਾਂ ਸੇਵਾ ਕਰਦੀਆਂ ਆਉਂਦੀਆਂ ਸਨ। ਹੁਣ ਸਮੇਂ ਰਾਤ ਦਾ ਹੈ, 12 ਵਜੇ ਦਾ ਹੈ। ਜਦੋਂ ਗੁਰਸਿੱਖਾਂ ਦੀ ਨਿਗਾਹ ਦੂਰ ਪਈ, ਕੀ ਵੇਖ ਰਹੇ ਹਨ ਵੀ ਉਧਰੋਂ ਕੁਝ ਚਾਨਣਾ ਆ ਰਿਹਾ ਹੈ। ਕਿਸੇ ਨੇ ਮਸਾਨ ਜਗਾਈ ਹੋਈ ਹੈ, ਹੱਥ ਵਿੱਚ ਹੈ, ਪਰ ਪਤਾ ਨਹੀਂ ਕੌਣ ਹੈ। ਕਿਉਂਕਿ ਉਸ ਸਮੇਂ ਮਸਾਲਾਂ ਦੀ ਰਾਤ, ਸਾਤੀ ਰਾਤ ਨੂੰ ਚਾਨਣਾ ਕੀਤਾ ਜਾਂਦਾ ਸੀ। ਪਰ ਗੁਰੂ ਸਾਹਿਬ ਜਾਣਦੇ ਸਨ। ਗੁਰੂ ਸਾਹਿਬ ਗੁਰੂ ਅਮਰਦਾਸ ਮਹਾਰਾਜ ਉਸ ਪਾਸੇ ਆਏ ਇਸ ਵਾਸਤੇ ਸਨ। ਜਦੋਂ ਥੋੜੇ ਨਜ਼ਦੀਕ ਪਹੁੰਚੇ, ਗੁਰੂ ਅਮਰਦਾਸ ਮਹਾਰਾਜ ਕੋਲੇ ਗੁਰਸਿੱਖੋ, ਉਹ ਸਾਹਮਣੇ ਜਿਹੜੀ ਮਸਾਨ ਜਗਦੀ ਪਈ ਹੈ, ਕੌਣ ਹੈ? ਗੁਰਸਿੱਖ ਹੱਥ ਜੋੜ ਕੇ ਕਹਿਣ ਲੱਗੇ, ਪਾਤਸ਼ਾਹ ਜੀ, ਇੰਜ ਜਾਪਦਾ ਜਿਵੇਂ ਭਾਈ ਜੇਠਾ ਜੀ ਹੋਣ। ਇੰਜ ਜਾਪਦਾ ਪਾਤਸ਼ਾਹ ਜਿਵੇਂ ਭਾਈ ਜੇਠਾ ਜੀ ਤੇ ਹੱਥ ਵਿੱਚ ਮਸਾਨ ਹੈ, ਪਰ ਪਤਾ ਨਹੀਂ ਰਾਤ ਦਾ ਸਮਾਂ ਹੈ, ਕੀ ਕਰਦੇ ਪਏ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਜਦੋਂ ਆਪਣੇ ਕੋਲ ਬੁਲਾਇਆ, ਜਦੋਂ ਨਜ਼ਦੀਕ ਪਹੁੰਚੇ, ਭਾਈ ਜੇਠਾ ਜੀ ਨੂੰ ਕਹਿ ਲਗੇ, ਭਾਈ ਜੇਠਾ ਜੀ, ਰਾਤ ਦਾ ਸਮਾਂ ਹੈ, 12 ਵਜੇ ਹਨ, ਹੱਥ ਵਿੱਚ ਤੁਹਾਡੀ ਮਸਾਨ ਹੈ ਤੇ ਤੁਸੀਂ ਇਸ ਵੇਲੇ ਇੱਥੇ ਕੀ ਕਰ ਰਹੇ ਹੋ? ਭਾਈ ਜੇਠਾ ਜੀ ਹੱਥ ਜੋੜ ਕੇ ਕਹਿਣ ਲੱਗੇ, ਪਾਤਸ਼ਾਹ ਜੀ, ਮੈਂ ਤਾਂ ਰੋਜ਼ ਹੀ ਇੱਥੇ ਆਨਾ ਹਾਂ, ਪਰ ਗੱਲ ਇਤਨੀ ਕਿ ਰੋਜ਼ ਮੈਂ ਦਿਨ ਵਿੱਚ ਆਨਾ ਹਾਂ, ਅੱਜ ਮੈਨੂੰ ਸਮੇਂ ਨਹੀਂ ਮਿਲਾ, ਇਸ ਕਰਕੇ ਮੈਂ ਰਾਤ ਵਿੱਚ ਆਇਆ ਹਾਂ। ਪਾਤਸ਼ਾਹ, ਜਿਹੜੇ ਤੁਹਾਡੇ ਸੇਵਕ ਇੱਥੇ ਸੇਵਾ ਕਰਦੇ ਹਨ, ਕੋਈ ਮੱਟੀ ਢੋਣ ਦੀ ਸੇਵਾ ਕਰਦਾ ਹੈ, ਕੋਈ ਖੋਦਣ ਦੀ ਸੇਵਾ ਕਰਦਾ ਹੈ, ਤੇ ਪਾਤਸ਼ਾਹ ਜਦੋਂ ਸ਼ਾਮੀ ਸੰਗਤਾਂ ਆਪਣੇ ਘਰਾਂ ਨੂੰ ਪਰਤਦੀਆਂ ਨੇ, ਸੰਗਤਾਂ ਥੱਕੀਆਂ ਹੁੰਦੀਆਂ ਨੇ, ਤੇ ਕਿਤੇ ਕਈ ਸੁੱਟ ਜਾਂਦੇ ਹਨ, ਕਿਤੇ ਬਾਟੇ ਤਸਲੇ ਸੁੱਟ ਜਾਂਦੇ ਹਨ, ਤੇ ਪਾਤਸ਼ਾਹ ਮੈਂ ਉਹਨਾਂ ਨੂੰ ਇਕੱਠੇ ਕਰਕੇ ਇੱਕ ਥਾਂ ਤੇ ਰੱਖਦਾ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਜਦੋਂ ਐਸੀ ਸੇਵਾ ਉਹਨਾਂ ਦੇ ਅੰਦਰ ਭਾਵਨਾ ਵਿਖੀ, ਗੁਰੂ ਅਮਰਦਾਸ ਮਹਾਰਾਜ ਫਿਰ ਕਹਿਣ ਲੱਗੇ, ਭਾਈ ਜੇਠਾ ਜੀ ਕਹਿਣ ਲੱਗੇ, ਪਾਤਸ਼ਾਹ, ਅੰਮ੍ਰਿਤ ਵੇਲੇ ਸੰਗਤਾਂ ਆਣਗੀਆਂ, ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਪਵੇ, ਕੋਈ ਦਿੱਕਤ ਨਾ ਆਵੇ, ਤੇ ਉਹਨਾਂ ਨੂੰ ਅੰਮ੍ਰਿਤ ਵੇਲੇ ਇਹ ਬਾਟੇ ਕਈਆਂ ਇੱਥੇ ਮਿਲ ਜਾਣ। ਪਾਤਸ਼ਾਹ, ਮੈਂ ਰਾਤ ਦੇ ਸਮੇਂ ਇਹ ਸੇਵਾ ਨਿਭਾਉਣਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ, ਤਾਂ ਹੀ ਤਾਂ ਗੁਰਬਾਣੀ ਚ ਕਿਹਾ ਗਿਆ, ਸਾ ਸੇਵਾ ਕੀਤੀ ਸਫਲ ਹੈ, ਜੇ ਸਤਿਗੁਰ ਕਾ ਮਨ ਮੰਨੇ। ਹੁਣ ਭਾਈ ਸੇਵਾ ਕੀਤੀ ਤਾਂ ਉਹੀ ਸਫਲ ਹੈ। ਜੇ ਸੇਵਾ ਕਰਦਿਆਂ ਗੁਰੂ ਦਾ ਮਨ ਪ੍ਰਸੰਨ ਹੋ ਜਾਵੇ, ਗੁਰੂ ਦੀ ਰਹਿਮਤ ਹੋ ਜਾਵੇ। ਅੱਜ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਮਨ ਪ੍ਰਸੰਨ ਹੋ ਗਿਆ।
ਮਨ ਖੁਸ਼ ਹੋ ਗਿਆ। ਤੇ ਜਦੋਂ ਭਾਈ ਜੇਠਾ ਜੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਨਿਭਾ ਰਹੇ ਨੇ, ਔਰ ਉਹ ਸੇਵਾ ਗੁਰੂ ਤੇ ਸੇਵਕ ਦੀ ਸੇਵਾ। ਕਦੇ ਅੰਦਰ ਜਾਤੀ ਮਰ ਕੇ ਵੇਖਿਓ ਕਿ ਰਿਸ਼ਤਾ ਕੀ ਹੈ ਗੁਰੂ ਅਮਰਦਾਸ ਮਹਾਰਾਜ ਦਾ ਤੇ ਗੁਰੂ ਰਾਮਦਾਸ ਪਾਤਸ਼ਾਹ ਦਾ। ਸਹੁਰੇ ਤੇ ਜਮਾਈ ਦਾ ਰਿਸ਼ਤਾ ਹੈ। ਪਰ ਅੱਜ ਹੀ ਉਹਨਾਂ ਦੇ ਅੰਦਰ ਕੋਈ ਇਹ ਰਿਸ਼ਤੇ ਵਾਲੀ ਗੱਲ ਨਹੀਂ। ਅੰਦਰ ਗੱਲ ਸੀ ਇੱਕ ਸੇਵਕ ਦੀ ਤੇ ਇੱਕ ਗੁਰੂ ਦੀ। ਹੁਣ ਜਦੋਂ ਗੁਰੂ ਰਾਮਦਾਸ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਦੇ ਸਨ, ਔਰ ਉਸ ਸੇਵਾ ਦੇ ਰਾਹੀਂ ਜਦੋਂ ਗੁਰੂ ਰਾਮਦਾਸ ਮਹਾਰਾਜ ਤੇ ਗੁਰੂ ਅਮਰਦਾਸ ਮਹਾਰਾਜ ਦੀ ਰਹਿਮਤ ਹੋਈ, ਕਿਰਪਾ ਹੋਈ, ਬਖਸ਼ੀਸ਼ ਹੋਈ, ਤੇ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਦੇ ਆ ਨਾ, ਬਈ ਕਿਸ ਸੇਵਾ ਨੇ ਕਿਹੜਾ ਭਾਗ ਲਾਇਆ ਹੈ ਔਰ ਕਿਸ ਤਰੀਕੇ ਨਾਲ ਚੱਲ ਕੇ ਤੇ ਕਿੱਥੇ ਗੁਰੂ ਰਾਮਦਾਸ ਮਹਾਰਾਜ ਨੂੰ ਪਹੁੰਚਾ ਦਿੱਤਾ ਸੀ। ਅੰਮ੍ਰਿਤਸਰ ਵਿੱਚ ਜੋਤ ਜਗਾਵੇ ਬੈਠਾ ਸੋਢੀ ਪਾਤਸ਼ਾਹ। ਸਾਹਿਬ ਕਹਿੰਦੇ ਭਾਈ ਐਸਾ ਸੋਢੀ ਪਾਤਸ਼ਾਹ ਜਿਹੜਾ ਅੰਮ੍ਰਿਤਸਰ ਵਿੱਚ ਬਹਿ ਕੇ ਐਸੀ ਜੋਤ ਜਗਾਉਂਦਾ ਹੋਵੇ ਕਿ ਜਿਸ ਦੇ ਘਰ ਵਿੱਚ ਆਪਾਂ ਸਾਰੇ ਜਾਂਦੇ ਆ ਨਾ, ਜਿਹੜੀ ਵੀ ਭਾਵਨਾ ਲੈ ਕੇ ਜਾਂਦੇ ਆ, ਜਿਹੜਾ ਅੰਦਰ ਮੰਗ ਲੈ ਕੇ ਜਾਂਦੇ ਆ, ਸਤਿਗੁਰ ਸੱਚੇ ਪਾਤਸ਼ਾਹ ਸਾਰੀਆਂ ਦੀਆਂ ਭਾਵਨਾਵਾਂ ਸੰਪੂਰਨ ਕਰਦੇ ਨੇ। ਪਰ ਗੁਰੂ ਨਾਨਕ ਦੇ ਘਰ ਵਿੱਚ ਸਾਹਿਬ ਨੇ ਇੱਕ ਭਾਵਨਾ ਨੂੰ ਜਦੋਂ ਤੂੰ ਲੈ ਕੇ ਆਉਣਾ ਨਾ, ਉਹ ਤੇਰੇ ਅੰਦਰ ਦੀ ਭਾਵਨਾ ਐਸੀ ਹੋਣੀ ਚਾਹੀਦੀ ਹੈ ਕਿ ਜੈਸੀ ਕਿ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਨ, ਭਾਈ ਕਿਉਂਕਿ ਤੇਰੀ ਭਾਵਨਾ ਦੇ ਵਿੱਚ ਹੀ ਗੁਰੂ ਦੀ ਰਹਿਮਤ ਹੈ। ਅੱਜ ਬੱਚੇ ਦਾ ਇਹ ਜਨਮ ਦਿਨ ਤੁਸੀਂ ਮਨਾ ਰਹੇ ਹੋ। ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਦਾ ਸ਼ੁਕਰਾਨਾ ਕਰਨਾ। ਗੁਰੂ ਦੇ ਘਰ ਵਿੱਚ ਕੀਰਤਨ, ਕਥਾ, ਗੁਰਬਾਣੀ ਪੜ੍ਹਨੀ ਤੇ ਸੁਣੀ। ਹੁਣ ਤੁਸੀਂ ਕਦੇ ਅੰਦਾਜ਼ਾ ਲਗਾਇਓ ਸਤਿਗੁਰੂ ਦਾ ਮਨ ਕਿਤਨਾ ਖੁਸ਼ ਹੋਵੇਗਾ। ਇਹ ਦਾਤਾਂ ਸਤਿਗੁਰ ਦੇ ਘਰੋਂ ਜਦੋਂ ਆਪਾਂ ਪ੍ਰਾਪਤ ਕਰਦੇ ਆ ਨਾ, ਕਿਉਂਕਿ ਮਾਤ ਤੇ ਪਿਤਾ ਨੂੰ ਸਭ ਤੋਂ ਪਿਆਰੀ ਜਿਹੜੀ ਦਾਤ ਹੈ ਉਹ ਬੱਚੀ ਦੀ ਦਾਤ ਹੈ, ਪੁੱਤਰ ਦੀ ਦਾਤ ਹੈ, ਪੁੱਤਰੀ ਦੀ ਦਾਤ ਹੈ। ਇਸ ਤੋਂ ਮਿੱਠੀਆਂ ਦਾਤਾਂ ਕੋਈ ਨਹੀਂ ਹਨ। ਪਰ ਜਦੋਂ ਇਤਿਹਾਸ ਨੂੰ ਤੁਸੀਂ ਪੜ੍ਹੋ ਕਿ ਜਦੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਸਾਮ ਦੌਰੇ ਤੇ ਗਏ ਸਨ, ਉਥੋਂ ਦੇ ਰਾਜੇ ਦਾ ਜ਼ਿਕਰ ਆਉਂਦਾ, ਤਰੀਪੁਰ ਦਾ ਰਾਜਾ ਰਾਮ ਰਾਏ। ਉਹਦੇ ਘਰ ਵਿੱਚ ਕੋਈ ਔਲਾਦ ਨਹੀਂ ਸਨ। ਰਾਜ ਦਾ ਮਾਲਕ ਤਾਂ ਧਨਾਢ ਰਾਜਾ ਹੈ, ਧਨ ਦੌਲਤ ਦਾ ਪਤਾ ਨਹੀਂ, ਪਰ ਘਰ ਵਿੱਚ ਕੋਈ ਪੁੱਤਰ ਨਾ ਹੋਵੇ। ਫਿਰ ਮਨੁੱਖ ਸੋਚਦਾ ਵੀ ਐਸੇ ਰਾਜ ਨੂੰ ਕੌਣ ਸੰਭਾਲੇਗਾ। ਹਰ ਥਾਂ ਤੇ ਅਰਦਾਸ ਕਰਦਾ ਹੈ, ਹਰ ਥਾਂ ਤੇ ਬੇਨਤੀਆਂ ਕਰਦਾ ਹੈ, ਹਰ ਥਾਂ ਤੇ ਜੋਦੜੀਆਂ ਕਰਦਾ ਹੈ, ਪਰ ਕਿਤੇ ਵੀ ਉਸ ਨੂੰ ਸਫਲਤਾ ਪ੍ਰਾਪਤ ਨਹੀਂ ਹੁੰਦੀ। ਤੇ ਜਦੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਉਸ ਅਸਥਾਨ ਤੇ ਪਹੁੰਚੇ ਤੇ ਉਸੇ ਰਾਜੇ ਨੂੰ ਕਿਸੇ ਨੇ ਕਿਹਾ, ਭਾਈ ਤੂੰ ਹਰ ਥਾਂ ਤੇ ਗਿਆ ਹੈ, ਹਰ ਥਾਂ ਤੇ ਜਾ ਕੇ ਅਰਦਾਸਾਂ, ਬੇਨਤੀਆਂ, ਜੋਦੜੀਆਂ ਕੀਤੀਆਂ ਨੇ, ਤੇ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਦੇ ਦਰ ਘਰ ਵਿੱਚ ਵੀ ਜਾ ਕੇ ਤੂੰ ਅਰਦਾਸ ਤਾਂ ਕਰ। ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਆਏ ਹੋਏ ਨੇ, ਉਹਨਾਂ ਦੇ ਚਰਨਾਂ ਵਿੱਚ ਜਾ ਤੇ ਅਰਦਾਸ ਕਰ। ਪਰ ਉਸ ਰਾਜੇ ਨੂੰ ਇੱਕ ਜੁਗਤੀ ਦੱਸੀ ਸਨ। ਕਹਿੰਦੇ ਜਦੋਂ ਗੁਰੂ ਦੇ ਚਰਨਾਂ ਵਿੱਚ ਜਾਵੇਂ ਨਾ ਤੇ ਗੁਰੂ ਤੇ ਕੋਈ ਮੰਗ ਮੰਗੇ ਤੇ ਤੇਰੀ ਇੱਕ ਜੁਗਤੀ ਅੰਦਰ ਹੋਣੀ ਚਾਹੀਦੀ ਹੈ। ਉਹ ਜੁਗਤੀ ਕਿਹੜੀ ਹੈ? ਕਹਿੰਦੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸਿੰਘਾਸਨ ਤੇ ਬਿਰਾਜਮਾਨ ਸਨ, ਸੰਗਤਾਂ ਬੈਠੀਆਂ ਹੋਈਆਂ ਹਨ, ਗੁਰਬਾਣੀ ਦਾ ਪ੍ਰਚਾਰ ਕਰਦੇ ਪਏ ਹਨ, ਸੰਗਤਾਂ ਨੂੰ ਸਮਝਾ ਰਹੇ ਹਨ,
ਤੇ ਉਹਨਾਂ ਵਿੱਚ ਜਾ ਕੇ ਰਾਜਾ ਰਾਮ ਰਾਏ ਵੀ ਨਾ ਜਾ ਕੇ ਬਹਿ ਗਿਆ। ਹੁਣ ਰਾਜਾ ਰਾਮ ਰਾਏ ਨੂੰ ਇੱਕ ਜੁਗਤੀ ਦੱਸੀ ਸਨ। ਉਹ ਜੁਗਤੀ ਕਿਹੜੀ ਹੈ? ਕਹਿੰਦਾ ਜਦੋਂ ਤੂੰ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਮੱਥਾ ਟੇਕੇ ਨਾ, ਤਾਂ ਇੱਕ ਗੱਲ ਧਿਆਨ ਰੱਖੀ, ਜਿਹੜੀਆਂ ਵੀ ਤੇਰੇ ਰਾਜ ਭਾਗ ਦੀਆਂ ਚਾਬੀਆਂ ਹਨ ਨਾ, ਇਹ ਜਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਰੱਖ ਦੇ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਇਹ ਚਾਬੀਆਂ ਰੱਖੀਆਂ, ਮੱਥਾ ਟੇਕਿਆ ਔਰ ਮੱਥਾ ਟੇਕ ਕੇ ਜਾ ਕੇ ਸੰਗਤ 'ਚ ਬਹਿ ਗਏ। ਗੁਰੂ ਤੇਗ ਬਹਾਦਰ ਮਹਾਰਾਜ ਨੇ ਜਦੋਂ ਵੇਖਿਆ ਤੇ ਸੇਵਕ ਨੂੰ ਕਿਹਾ, ਭਾਈ ਇਹ ਜਿਹੜੀਆਂ ਚਾਬੀਆਂ ਹਨ, ਇਹ ਚਾਬੀਆਂ ਚੁੱਕੇ ਉਹ ਫਲਾਣੇ ਮਨੁੱਖ ਨੂੰ ਦੇ ਆਓ, ਉਹਨਾਂ ਦੀਆਂ ਹਨ। ਜਦੋਂ ਸੇਵਕ ਇਹ ਚਾਬੀਆਂ ਰਾਜ ਮਹਿਲ ਦੀਆਂ ਚੁੱਕ ਕੇ ਜਾ ਕੇ ਰਾਜੇ ਨੂੰ ਦੇਣ ਲੱਗਾ, ਰਾਜਾ ਹੱਥ ਜੋੜ ਕੇ ਕਹਿਣ ਲੱਗਾ ਵੀ ਇਹ ਚਾਬੀਆਂ ਮੈਨੂੰ ਨਹੀਂ ਚਾਹੀਦੀਆਂ, ਇਹ ਚਾਬੀਆਂ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨ ਵਿੱਚ ਰੱਖ ਦਿਓ। ਇਹ ਸੇਵਕ ਜਦੋਂ ਵਾਪਸ ਆਉਂਦਾ ਤੇ ਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਹਿੰਦਾ, ਪਾਤਸ਼ਾਹ ਉਹ ਚਾਬੀਆਂ ਲੈਣ ਤੋਂ ਤਾਂ ਇਨਕਾਰ ਕਰਦਾ ਹੈ, ਉਹ ਤਾਂ ਮਨੇ ਕਰਦਾ ਹੈ। ਪਾਤਸ਼ਾਹ ਜੀ ਇਹ ਚਾਬੀਆਂ ਤੁਸੀਂ ਸੰਭਾਲੋ। ਗੁਰੂ ਤੇਗ ਬਹਾਦਰ ਮਹਾਰਾਜ ਨੇ ਫਿਰ ਰਾਜਾ ਰਾਮ ਰਾਏ ਨੂੰ ਆਪਣੇ ਕੋਲ ਬੁਲਾਇਆ। ਕਹਿਣ ਲੱਗਾ, ਭਾਈ ਇਹ ਚਾਬੀਆਂ ਤੁਹਾਡੇ ਰਾਜ ਭਾਗ ਦੀਆਂ ਨੇ, ਅਸੀਂ ਇਹਨਾਂ ਚਾਬੀਆਂ ਦਾ ਕੀ ਕਰਨਾ? ਇਹ ਸਾਡੇ ਕਿਸ ਕੰਮ ਦੀਆਂ ਨੇ? ਤੇ ਰਾਜਾ ਰਾਮ ਰਾਏ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹੈ, ਜਿਹੜੀ ਕਿ ਉਸਨੂੰ ਜੁਗਤੀ ਦੱਸੀ ਗਈ ਸੀ, ਉਹ ਜੁਗਤੀ ਕਿਹੜੀ ਹੈ? ਉਹ ਰਾਜਾ ਕਹਿਣ ਲੱਗਾ, ਪਾਤਸ਼ਾਹ ਜੀ ਜਾਂ ਤਾਂ ਤੁਸੀਂ ਇਹ ਰਾਜ ਭਾਗ ਦੀਆਂ ਚਾਬੀਆਂ ਸੰਭਾਲੋ ਜਾਂ ਚਾਬੀਆਂ ਸੰਭਾਲਣ ਵਾਲਾ ਮੇਰੇ ਘਰ ਵਿੱਚ ਭੇਜ ਦਿਓ। ਵੇਖੋ ਜੁਗਤੀ ਹੈ ਗੁਰੂ ਤੋਂ ਮੰਗਣ ਦੀ, ਬਈ ਜਾਂ ਤਾਂ ਤੁਸੀਂ ਰਾਜ ਭਾਗ ਦੀਆਂ ਚਾਬੀਆਂ ਸੰਭਾਲੋ ਜਾਂ ਫਿਰ ਚਾਬੀਆਂ ਸੰਭਾਲਣ ਵਾਲਾ ਮੇਰੇ ਘਰ ਵਿੱਚ ਭੇਜ ਦਿਓ। ਕਿਉਂਕਿ ਪਤਾ ਹੈ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਜਿਸ ਦਿਨ ਸਾਡੀ ਇਹ ਜੁਗਤੀ ਬਣ ਗਈ, ਜਿਸ ਦਿਨ ਸਾਨੂੰ ਗੁਰੂ ਸਾਹਿਬ ਤੋਂ ਇਸ ਤਰ੍ਹਾਂ ਦਾ ਮੰਗਣਾ ਆ ਗਿਆ, ਸਤ ਸੰਗਿਓ ਕੋਈ ਵੀ ਝੋਲੀ ਖਾਲੀ ਨਹੀਂ ਰਹਿ ਸਕਦੀ। ਪਰ ਹੋਵੇ ਜੁਗਤੀ, ਹੋਵੇ ਅੰਦਰ ਮੰਗਣ ਦਾ ਢੰਗ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ, ਸਮੇਂ ਆਵੇਗਾ ਗੁਰੂ ਨਾਨਕ ਸਾਹਿਬ ਤੁਹਾਡੇ ਘਰ ਵਿੱਚ ਰਹਿਮਤਾਂ ਕਰਨਗੇ। ਔਰ ਸਮੇਂ ਆਇਆ, ਗੁਰੂ ਨਾਨਕ ਸਾਹਿਬ ਦਾ ਬਖਸ਼ੀਸ਼ ਹੋਈ। ਜਦੋਂ ਕੁਝ ਸਮੇਂ ਬਾਅਦ ਇਹਨਾਂ ਦੇ ਘਰ ਵਿੱਚ ਬੱਚੇ ਦਾ ਜਨਮ ਹੋ ਜਾਂਦਾ ਹੈ ਨਾ, ਹੁਣ ਇੱਥੇ ਰਾਮ ਰਾਏ ਨੇ ਗੱਲ ਕਹੀ ਸਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ। ਕਹਿਣ ਲੱਗਾ, ਪਾਤਸ਼ਾਹ ਜੀ ਮੈਂ ਹਰ ਥਾਂ ਜੋਦੜੀ ਕੀਤੀ ਹੈ, ਹਰ ਥਾਂ ਬੇਨਤੀ ਕੀਤੀ ਹੈ, ਹਰ ਥਾਂ ਤੇ ਅਰਦਾਸਾਂ ਕੀਤੀਆਂ ਨੇ, ਪਰ ਮੈਨੂੰ ਕੀ ਪਤਾ ਹੋਵੇਗਾ ਵੀ ਇਹ ਜਿਹੜੀ ਦਾਤ ਹੈ ਇਹ ਮੈਨੂੰ ਗੁਰੂ ਨਾਨਕ ਦੇ ਦਰੋਂ ਘਰੋਂ ਪ੍ਰਾਪਤ ਹੋਈ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿ ਲਗੇ ਹਾਂ ਇੱਕ ਨਿਸ਼ਾਨੀ ਹੋਵੇਗੀ ਗੁਰੂ ਨਾਨਕ ਸਾਹਿਬ ਦੇ ਦਰ ਤੇ ਘਰ ਦੀ। ਕਹਿੰਦਾ, ਪਾਤਸ਼ਾਹ ਕਿਹੜੀ? ਕਹਿੰਦੇ, ਜਾ ਤੇਰੇ ਪੁੱਤਰ ਦੇ ਮੱਥੇ ਤੇ ਕੇਸ਼ਾਂ ਦੇ ਥੱਲੇ ਇੱਕ ਓੰਕਾਰ ਦੀ ਨਿਸ਼ਾਨੀ ਹੋਗੀ, ਤੇ ਸਮਝ ਲਈ ਇਹ ਸਾਨੂੰ ਦਾਤ ਗੁਰੂ ਨਾਨਕ ਸਾਹਿਬ ਦੇ ਘਰੋਂ ਪ੍ਰਾਪਤ ਹੋਈ ਹੈ। ਔਰ ਹੋਇਆ, ਔਰ ਉਹ ਦਾਤ ਪ੍ਰਾਪਤ ਹੋਈ ਤੇ ਜਿਸ ਦਾ ਨਾਮ ਬਾਅਦ ਵਿੱਚ ਇਹਨਾਂ ਨੇ ਰਤਨ ਰਾਏ ਰੱਖਿਆ ਸੀ। ਤੇ ਗੁਰੂ ਦੇ ਘਰ ਵਿੱਚ ਜਿਹੜੀ ਮੰਗਣ ਦੀ ਮਰਿਆਦਾ ਹੈ ਨਾ,
ਉਹ ਮਰਿਆਦਾ ਤਾਂ ਮੰਗਣ ਦੀ ਇਹੀ ਹੈ ਜਿਸ ਨੂੰ ਸਤਿਗੁਰ ਸੱਚੇ ਪਾਤਸ਼ਾਹ ਰਹਿਮਤਾਂ ਕਰਦੇ ਨੇ। ਆਓ ਇਹ ਪੰਕਤੀਆਂ ਪੜ੍ਹੀਏ। ਕਿਵੇਂ ਕਹਿੰਦੇ ਨੇ? ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾ ਉਹਾ ਸਚ ਹੋਵੇ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾ ਉਹਾ ਸਚ ਹੋਵੇ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਸੋ ਸਮੇਂ ਦੇ ਅਨੁਸਾਰ ਹੀ ਦਾਸ ਦੀ ਸਮਾਪਤੀ ਹੈ, ਕਿਉਂਕਿ ਭਾਈ ਸਾਹਿਬ ਵੀ ਪਹੁੰਚ ਚੁੱਕੇ ਹਨ। ਸੰਗਤ ਵੱਲੋਂ ਬੇਅੰਤ ਮਾਇਆ ਅਰਦਾਸ ਹੋਈ। ਗੁਰੂ ਸਾਹਿਬ ਕਿਰਪਾ ਕਰਨ, ਸੀਸ ਤੇ ਮਿਹਰ ਵਤ ਰੱਖਣ, ਅੰਗ ਸੰਗੋ ਕੀ ਸਹਾਇਤਾ, ਬੱਚੇ ਨੂੰ ਗੁਰਸਿੱਖੀ ਜੀਵਨ, ਮਾਤਾ ਪਿਤਾ ਦਾ ਆਗਿਆਕਾਰੀ। ਆਓ ਅਗਲਾ ਜਿਹੜਾ ਪ੍ਰੋਗਰਾਮ ਹੈ ਸੈਕਟਰੀ ਸਾਹਿਬ ਕੋਲੋਂ ਸੁਣ ਕਰੋ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਕਰੋ ਜੀ ਕਿਰਪਾ, ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सत्कारयोग गुरु सवारी गुरु साध संगत जीओ, वाहिगुरु जी का खालसा, वाहिगुरु जी की फतेह।